ਸਤਿ ਸ੍ਰੀ ਅਕਾਲ। ਕਿਸੇ ਦੀਆਂ ਗਲਤੀਆਂ ਅਤੇ ਆਪਣੀਆਂ ਭੁੱਲਾਂ ਨੂੰ ਭੁਲਾ ਕੇ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ। ਚਿੰਤਾ ਜਾਏ ਮਿਟੇ ਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਅੱਜ ਕੱਲ੍ਹ ਮਨੁੱਖ ਬੋਝਾਂ ਨਾਲ ਲੱਦ ਹੋ ਕੇ ਆਪਣਾ ਜੀਵਨ ਜੀ ਰਿਹਾ ਹੈ। ਮਨ ਨੂੰ ਬੋਝ ਨਾਲ ਭਰਿਆ ਹੋਇਆ ਜਾਂ ਉਲਝਿਆ ਹੋਇਆ ਮਹਿਸੂਸ ਕਰਦਾ ਹੈ। ਉਸ ਕੋਲੋਂ ਹਾਲਾਤਾਂ ਦਾ ਸਾਹਮਣਾ ਨਹੀਂ ਹੋ ਰਿਹਾ ਹੈ। ਇਸ ਤਰ੍ਹਾਂ ਦੇ ਕਈ ਸੰਸਾਰਕ, ਵਿਵਹਾਰਕ ਜਾਂ ਪਰਿਵਾਰਕ, ਸਮਾਜਿਕ ਬੋਝਾਂ ਨੂੰ ਢੋਂਦਾ ਹੋਇਆ ਜਿਸ ਤਰ੍ਹਾਂ ਥੱਕਿਆ ਜਿਹਾ ਮਹਿਸੂਸ ਕਰਦਾ ਹੈ, ਜਿਸ ਤਰ੍ਹਾਂ ਜੀਵਨ ਜੀ ਨਹੀਂ ਰਿਹਾ, ਕੱਟ ਰਿਹਾ ਹੈ। ਇਹ ਸਭ ਮਨ ਦੀਆਂ ਕਮਜ਼ੋਰੀਆਂ ਕਰਕੇ ਹੀ ਹੁੰਦਾ ਹੈ। ਮਨੁੱਖ ਨੂੰ ਪਤਾ ਵੀ ਹੈ ਕਿ ਇਹ ਸਭ ਪੁਰਾਣੀਆਂ ਯਾਦਾਂ ਮਨ ਨੂੰ ਭਾਰੀ ਕਰਦੀਆਂ ਹਨ, ਫਿਰ ਵੀ ਛੱਡ ਨਹੀਂ ਸਕਦਾ। ਇਹ ਨਾਦਾਨੀਆਂ ਜੋ ਮਨੁੱਖ ਜਾਣਦਾ ਹੋਇਆ ਵੀ ਕਰਦਾ ਹੈ, ਇਹੀ ਮੂਰਖਪਣਾ ਉਸ ਦਾ ਪਰਮਾਤਮਾ ਨਾਲ ਮੇਲ ਨਹੀਂ ਹੋਣ ਦਿੰਦਾ। ਇਸ ਦੇ ਬਾਰੇ ਵਿੱਚ ਕੁਝ ਨਾ ਕੁਝ ਹਿੰਮਤ ਕਰੋਗੇ ਤਾਂ ਹੀ ਤਾਂ ਸਫਲਤਾ ਮਿਲ ਸਕਦੀ ਹੈ। ਵੈਸੇ ਤਾਂ ਬਹੁਤ ਕੁਝ ਕਰ ਸਕਦੇ ਹਾਂ, ਪਰ ਇੱਕ ਚੀਜ਼ ਜੋ ਸਾਡੇ ਹੱਥ ਵਿੱਚ ਹੈ, ਜਿਸ ਨਾਲ ਅਸੀਂ ਮਨ ਦੇ ਬੋਝ ਨੂੰ ਹਲਕਾ ਕਰ ਸਕਦੇ ਹਾਂ, ਜੇ ਅਸੀਂ ਥੋੜ੍ਹੀ ਜਿਹੀ ਵੀ ਸਮਝਦਾਰੀ ਵਰਤੀਏ ਤਾਂ ਇਸ ਜੀਵਨ ਯਾਤਰਾ ਵਿੱਚ ਬੋਝ ਘਟਾ ਸਕਦੇ ਹਾਂ। ਪਹਿਲਾਂ ਤੋਂ ਜੋ ਪਿਛਲੀਆਂ ਯਾਦਾਂ ਸਾਂਭ ਕੇ ਮਨ ਵਿੱਚ ਰੱਖੀਆਂ ਹੋਈਆਂ ਹਨ, ਉਹਨਾਂ ਨੂੰ ਸਮਾਪਤ ਕਰੋ। ਉਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੈ, ਨੁਕਸਾਨ ਹੀ ਨੁਕਸਾਨ ਹੈ। ਸਾਡੇ ਮਨ ਵਿੱਚ ਦੂਸਰੇ ਦੀਆਂ ਬੁਰਾਈਆਂ, ਕਮੀਆਂ, ਕਮਜ਼ੋਰੀਆਂ, ਦੁਰਵਿਵਹਾਰ ਵਗੈਰਾ ਦੀ ਗੱਲ ਮਨ ਵਿੱਚ ਬੈਠੀ ਰਹਿੰਦੀ ਹੈ। ਇੱਕ ਵਾਰੀ ਕਿਸੇ ਦੀ ਮਾੜੀ ਛਾਪ ਮਨ 'ਤੇ ਬੈਠ ਜਾਂਦੀ ਹੈ ਤਾਂ ਉਹ ਭੁੱਲਦੀ ਹੀ ਨਹੀਂ ਹੈ। ਉਹ ਵਿਅਕਤੀ ਤਾਂ ਬਦਲ ਵੀ ਜਾਂਦਾ ਹੈ, ਪਰ ਉਸ ਦੇ ਬਾਰੇ ਵਿੱਚ ਮਾੜੀ ਛਾਪ ਮਿਟਾਉਣਾ ਸਾਡੇ ਲਈ ਅਸੰਭਵ ਜਾਂ ਮੁਸ਼ਕਲ ਹੋ ਜਾਂਦਾ ਹੈ। ਕਿਸੇ ਦੇ ਬਾਰੇ ਵਿੱਚ ਜੋ ਉਸ ਦੀ ਮਾੜੀ ਛਾਪ ਆਪਣੇ ਅੰਦਰ ਬਣਾ ਲੈਂਦੇ ਹਾਂ, ਉਹ ਸਾਡੀ ਬਿਰਤੀ, ਦ੍ਰਿਸ਼ਟੀ, ਕਿਰਤੀ ਨੂੰ ਵਿਗਾੜਦੀ ਹੈ। ਈਸ਼ਵਰੀ ਸਮਿਰਤੀ ਵਿੱਚ ਸਥਿਤੀ ਪ੍ਰਾਪਤ ਕਰਨ ਵਿੱਚ ਵੀ ਉਹ ਅੜਿੱਕਾ ਬਣਦੀ ਹੈ। ਉਸ ਵਿਅਕਤੀ ਨੇ ਕਿਸੇ ਆਦਤ ਦੇ ਵੱਸ ਹੋ ਕੇ ਸਾਡੇ ਨਾਲ ਕੁਝ ਦੁਰਵਿਵਹਾਰ ਵੀ ਕੀਤਾ ਸੀ। ਅਸੀਂ ਉਸ ਨੂੰ ਮਾਫ਼ ਨਹੀਂ ਕਰਦੇ। ਅਸੀਂ ਉਸ ਦੀ ਭੁੱਲ ਨੂੰ ਆਪਣੇ ਮਨ ਨੂੰ ਦੁੱਖ ਦੇਣ ਵਾਲਾ ਚਾਕੂ ਬਣਾ ਲੈਂਦੇ ਹਾਂ ਅਤੇ ਬਾਰ-ਬਾਰ ਉਸ ਦੁੱਖ ਨੂੰ ਪੱਟ ਕੇ ਬਾਹਰ ਲਿਆਉਂਦੇ ਹਾਂ। ਉਸ ਦੀ ਬੁਰਿਆਈ ਸਾਡੇ ਮਨ ਵਿੱਚ ਉਸ ਦੇ ਪ੍ਰਤੀ ਘਿਰਣਾ, ਦੋਸ਼, ਨਾਰਾਜ਼ਗੀ ਵਗੈਰਾ ਦੇ ਭਾਵ ਜਾਗਰਤ ਕਰਦੀ ਰਹਿੰਦੀ ਹੈ। ਸਾਨੂੰ ਇਸ ਤਰ੍ਹਾਂ ਦੀ ਸ਼ਕਤੀ ਦੀ ਜ਼ਰੂਰਤ ਹੈ ਕਿ ਅਸੀਂ ਕਿਸੇ ਦੀਆਂ ਬੁਰਾਈਆਂ ਨੂੰ ਭੁਲਾ ਦੇਈਏ ਅਤੇ ਉਸ ਨੂੰ ਆਪਣੇ ਮਨੋਂ ਮਾਫ਼ ਕਰ ਦੇਈਏ। ਭੁਲਾਉਣੇ ਅਤੇ ਖਿਮਾ ਕਰਨੇ ਦੀ ਸ਼ਕਤੀ ਤੋਂ ਬਿਨਾਂ ਸਾਡਾ ਮਨ ਰੌਸ਼ਨ ਅਤੇ ਹਲਕਾ ਨਹੀਂ ਹੋ ਸਕਦਾ। ਜੇ ਅਸੀਂ ਕਿਸੇ ਦੀ ਗਲਤੀ ਨੂੰ ਭੁਲਾਉਂਦੇ ਨਹੀਂ ਤਾਂ ਮਾਫ਼ ਵੀ ਨਹੀਂ ਕਰ ਸਕਦੇ, ਅਤੇ ਜੇ ਮਾਫ਼ ਨਹੀਂ ਕਰਾਂਗੇ ਤਾਂ ਭੁਲਾ ਨਹੀਂ ਸਕਾਂਗੇ। ਜੇ ਭੁਲਾ ਨਹੀਂ ਸਕਾਂਗੇ ਤਾਂ ਸਾਡੀ ਈਸ਼ਵਰੀ ਯਾਦ ਵਿੱਚ ਸੁਧਾਰ, ਨਿਖਾਰ ਨਹੀਂ ਆ ਸਕਦਾ ਅਤੇ ਸੁੱਖ ਚੈਨ ਦੀ ਨੀਂਦ ਵੀ ਨਹੀਂ ਸੌਂ ਸਕਾਂਗੇ। ਇਸ ਲਈ ਸਾਡੇ ਵਿੱਚ ਸੁਭਾਵਿਕ ਤੌਰ 'ਤੇ ਭੁਲਾਉਣੇ ਦੀ ਸ਼ਕਤੀ ਤਾਂ ਹੈ, ਪਰ ਸਭ ਕੁਝ ਉਲਟ ਚੱਲ ਰਿਹਾ ਹੈ। ਉਹ ਸ਼ਕਤੀ ਕਮਜ਼ੋਰ ਹੋ ਗਈ ਹੈ। ਹੁਣ ਉਸ ਉੱਤੇ ਧਿਆਨ ਦੇ ਕੇ ਅਭਿਆਸ ਕਰਨਾ ਜ਼ਰੂਰੀ ਹੈ। ਮਾਫ਼ ਕਰਕੇ ਆਪਣੇ ਮਨ ਨੂੰ ਨਿਰਮਲ ਕਰ ਲਵੋ। ਸੰਸਾਰਕ ਦ੍ਰਿਸ਼ਟੀ ਵਿੱਚ ਕਿਸੇ ਨੇ ਕੋਈ ਅਪਰਾਧ ਜਾਂ ਮਾੜਾ ਵਿਵਹਾਰ ਵੀ ਕੀਤਾ ਹੈ ਤਾਂ ਵੀ ਮਹਾਨ ਵਿਅਕਤੀ ਦੀ ਸ਼ੋਭਾ ਇਸੇ ਵਿੱਚ ਹੈ ਕਿ ਸ਼ਕਤੀਸ਼ਾਲੀ, ਸਹਿਣਸ਼ੀਲ ਬਣ ਕੇ ਉਸ ਨੂੰ ਮਾਫ਼ ਕਰ ਦੇਵੋ। ਮਾਫ਼ ਨਾ ਕਰ ਸਕਣਾ ਇੱਕ ਬਹੁਤ ਵੱਡੀ ਕਮਜ਼ੋਰੀ ਹੈ। ਦੂਸਰਿਆਂ ਨੂੰ ਮਾਫ਼ ਤਾਂ ਕਰਨਾ ਹੀ ਹੈ, ਪਰ ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੈ ਜਾਂ ਗੁੱਸੇ ਵਿੱਚ ਆ ਕੇ ਕਿਸੇ ਨਾਲ ਮਾੜਾ ਸਲੂਕ ਕੀਤਾ ਹੈ ਤਾਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਦੂਸਰੇ ਨੂੰ ਮਾਲੂਮ ਹੋਣਾ ਚਾਹੀਦਾ ਹੈ ਕਿ ਤੁਸੀਂ ਸੱਚੇ ਦਿਲ ਤੋਂ ਮਾਫ਼ੀ ਮੰਗ ਰਹੇ ਹੋ। ਨਹੀਂ ਤਾਂ ਨਾ ਹੀ ਦੇਹ ਅਭਿਮਾਨ ਹਟੇਗਾ ਅਤੇ ਨਾ ਹੀ ਬੁਰਾ ਕਰਨ ਦੀ ਆਦਤ ਹਟੇਗੀ। ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਗਲਤੀ ਮੰਨਣ ਨਾਲ ਤਾਂ ਦੂਸਰਾ ਵਿਅਕਤੀ ਸਾਡੇ ਸਿਰ 'ਤੇ ਚੜ੍ਹ ਜਾਵੇਗਾ ਅਤੇ ਇਸ ਗੱਲ ਦਾ ਹੋਰ ਨਾ ਕੋਟ ਢੋਰਾ ਪਿੱਟਦਾ ਫਿਰੇਗਾ ਕਿ ਅਸੀਂ ਆਪਣੀ ਗਲਤੀ ਮੰਨ ਲਈ ਹੈ ਅਤੇ ਮਾਫ਼ੀ ਵੀ ਮੰਗੀ ਹੈ। ਆਪਣੇ ਮਨ ਦੀ ਸ਼ਾਂਤੀ ਅਤੇ ਸੰਪੂਰਨਤਾ ਦੀ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਦੀ ਲੋਕ ਲੱਜਿਆ ਛੱਡ ਦੇਣੀ ਚਾਹੀਦੀ ਹੈ। ਜੇ ਕਿਸੇ ਕਾਰਨ ਮਾਫ਼ੀ ਨਹੀਂ ਮੰਗ ਸਕਦੇ ਤਾਂ ਬਾਣੀ ਤੋਂ ਤਾਂ ਨਾ ਸਹੀ, ਹਾਵ ਭਾਵ ਤਾਂ ਇਸ ਤਰ੍ਹਾਂ ਦਾ ਪ੍ਰਗਟ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਭੁੱਲ ਮੰਨਦੇ ਹਾਂ। ਜੇ ਅਸੀਂ ਕਿਸੇ ਵੀ ਠੀਕ ਸ਼ਕਤੀ ਨਾਲ ਪਛਤਾਵੇ ਦਾ ਭਾਵ ਪ੍ਰਗਟ ਨਾ ਕਰਾਂਗੇ ਤਾਂ ਸਾਡਾ ਮਨ ਨਿਰਮਲ ਨਹੀਂ ਹੋਵੇਗਾ, ਵਿਕਾਰਾਂ ਦੀ ਮੈਲ ਨਹੀਂ ਉਤਰੇਗੀ। ਜੇ ਮਾਫ਼ ਕਰਨੇ ਜਾਂ ਮਾਫ਼ੀ ਮੰਗ ਕੇ ਬੋਝ ਨਹੀਂ ਉਤਾਰਾਂਗੇ ਤਾਂ ਸਾਡੀ ਉੱਡਦੀ ਕਲਾ ਵੀ ਨਹੀਂ ਹੋਵੇਗੀ।
ਹਰ ਇੱਕ ਨੇ ਈਰਖਾ, ਦੋਸ਼, ਘਿਰਣਾ, ਦੁਸ਼ਮਣੀ, ਮਨ ਮੁਟਾਵ, ਸਵਾਰਥ ਵਰਗੇ ਵਿਕਾਰਾਂ ਦੇ ਵੱਸ ਹੋ ਕੇ ਕਿਸੇ ਨਾ ਕਿਸੇ ਨੂੰ ਹਾਨੀ ਤਾਂ ਜ਼ਰੂਰ ਪਹੁੰਚਾਈ ਹੈ। ਦੁਰਵਿਵਹਾਰ ਤਾਂ ਕੀਤਾ ਹੈ, ਨਿੰਦਾ ਚੁਗਲੀ ਤਾਂ ਕੀਤੀ ਹੈ। ਉਹਨਾਂ ਨੂੰ ਪਿੱਛੇ ਧੱਕ ਕੇ ਆਪਣੇ ਅੱਗੇ ਹੋਣ ਲਈ ਜ਼ਬਰਦਸਤੀ ਥਾਂ ਬਣਾਈ ਹੈ। ਦੂਸਰਿਆਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਹੈ। ਚਲੋ ਇਹ ਸਭ ਕੁਝ ਨਹੀਂ ਵੀ ਕੀਤਾ, ਕੋਈ ਨਾ ਕੋਈ ਬੇਢੰਗੀ ਚਾਲ ਤਾਂ ਜ਼ਰੂਰ ਚੱਲੀ ਹੋਵੇਗੀ। ਤਾਂ ਕਿਸੇ ਦਿਨ ਮਾਫ਼ੀ ਮੰਗ ਕੇ ਇਹਨਾਂ ਬੋਝਾਂ ਤੋਂ ਛੁਟਕਾਰਾ ਪਾ ਲਵੋ, ਨਹੀਂ ਤਾਂ ਇਸ ਬੋਝ ਦੇ ਭਰੇ ਹੋਏ ਟਰੱਕ ਨੂੰ ਧਰਮਰਾਜ ਦੇ ਮਹਾਂਦੰਡ ਨਾਲ ਪ੍ਰਚੰਡ ਪੀੜਾ ਭੋਗ ਕੇ ਹਲਕਾ ਕਰਨਾ ਪਵੇਗਾ। ਧਰਮਰਾਜ ਦੀ ਕਚਹਿਰੀ ਵਿੱਚ ਤਾਂ ਜ਼ਮਾਨਤ ਵੀ ਨਹੀਂ ਹੁੰਦੀ, ਨਾ ਹੀ ਕੋਈ ਸਾਨੂੰ ਛੁਡਾ ਸਕਦਾ ਹੈ। ਇਸ ਲਈ ਦੂਸਰਿਆਂ ਦੀਆਂ ਬੁਰਾਈਆਂ ਮਨ ਵਿੱਚੋਂ ਭੁਲਾ ਦੇਣੀਆਂ ਚਾਹੀਦੀਆਂ ਹਨ ਅਤੇ ਆਪਣੀਆਂ ਬੁਰਾਈਆਂ ਲਈ ਮਾਫ਼ੀ ਭਾਵ ਪ੍ਰਗਟ ਕਰਨਾ ਚਾਹੀਦਾ ਹੈ। ਭੁਲਾਉਣੇ ਅਤੇ ਮਾਫ਼ ਕਰਨ ਦੀ ਸ਼ਕਤੀ ਸਾਡੇ ਵਿੱਚ ਤਾਂ ਹੀ ਆਵੇਗੀ ਜਦੋਂ ਅਸੀਂ ਸਰਬੱਤ ਦੇ ਭਲੇ ਵਾਸਤੇ ਸਾਰਿਆਂ ਪ੍ਰਤੀ ਸ਼ੁਭ ਭਾਵਨਾਵਾਂ, ਸ਼ੁਭ ਕਾਮਨਾਵਾਂ, ਪਿਓਰ ਫੀਲਿੰਗ ਅਤੇ ਗੁੱਡ ਵਿਸ਼ੇਸ ਰੱਖਾਂਗੇ। ਜੇ ਮਾਫ਼ ਕਰਨੇ ਨਾਲ ਮਨ ਦਾ ਚਿੱਕੜ ਧੋ ਹੋ ਜਾਂਦਾ ਹੈ, ਜੇ ਬੁਰਾਈ ਭੁਲਾ ਦੇਣ ਨਾਲ ਮਨ ਦੀ ਮੈਲ ਧੋ ਹੋ ਜਾਂਦੀ ਹੈ, ਕੀ ਇਹ ਘੱਟ ਹੈ ਕਿ ਈਸ਼ਵਰ ਦਾ ਸਾਥ ਮਿਲਦਾ ਹੈ, ਸਭ ਦੀਆਂ ਦੁਆਵਾਂ ਮਿਲਦੀਆਂ ਹਨ, ਕਿਸਮਤ ਦਾ ਫੁੱਲ ਖਿੜ ਜਾਂਦਾ ਹੈ। ਅੱਜ ਦੀ ਕਹਾਣੀ ਹੈ। ਇੱਕ ਸੰਤ ਕੋਲੋਂ ਇੱਕ ਯੁਵਕ ਨੇ ਪੁੱਛਿਆ, ਗੁਰੂਦੇਵ ਜੀ, ਹਮੇਸ਼ਾ ਖੁਸ਼ ਰਹਿਣ ਦਾ ਤਰੀਕਾ ਕੋਈ ਹੈ ਤਾਂ ਦੱਸੋ। ਸੰਤ ਬੋਲੇ, ਬਿਲਕੁਲ ਹੈ, ਅੱਜ ਮੈਂ ਤੁਹਾਨੂੰ ਉਸ ਦਾ ਰਾਜ ਦੱਸਾਂਗਾ। ਸੰਤ ਉਸ ਯੁਵਕ ਨੂੰ ਆਪਣੇ ਨਾਲ ਸੈਰ ਕਰਨ ਵਾਸਤੇ ਲੈ ਗਏ। ਬਹੁਤ ਚੰਗੀਆਂ ਗੱਲਾਂ ਕਰਦੇ ਰਹੇ ਤਾਂ ਯੁਵਕ ਨੂੰ ਬਹੁਤ ਆਨੰਦ ਆਇਆ। ਇੱਕ ਸਥਾਨ 'ਤੇ ਠਹਿਰ ਕੇ ਸੰਤ ਨੇ ਉਸ ਯੁਵਕ ਨੂੰ ਇੱਕ ਬੜਾ ਪੱਥਰ ਦੇਖ ਕੇ ਕਿਹਾ, ਉਸ ਪੱਥਰ ਨੂੰ ਚੁੱਕ ਕੇ ਨਾਲ ਲੈ ਚੱਲੋ। ਪੱਥਰ ਚੁੱਕ ਕੇ ਉਹ ਯੁਵਕ ਸੰਤ ਦੇ ਨਾਲ ਤੁਰਨ ਲੱਗ ਪਿਆ। ਕੁਝ ਸਮੇਂ ਤੱਕ ਤਾਂ ਆਰਾਮ ਨਾਲ ਤੁਰੀ ਗਿਆ, ਪਰ ਥੋੜ੍ਹੇ ਚਿਰ ਬਾਅਦ ਉਸ ਦੇ ਹੱਥ ਵਿੱਚ ਦਰਦ ਹੋਣ ਲੱਗ ਪਿਆ। ਪਰ ਫਿਰ ਵੀ ਦਰਦ ਸਹਿਣ ਕਰਦਾ ਹੋਇਆ ਉਹ ਚੁੱਪਚਾਪ ਤੁਰੀ ਗਿਆ। ਸੰਤ ਪਹਿਲਾਂ ਦੀ ਤਰ੍ਹਾਂ ਬਹੁਤ ਮਧੁਰ ਉਪਦੇਸ਼ ਦਿੰਦੇ ਜਾ ਰਹੇ ਸਨ, ਪਰ ਹੁਣ ਯੁਵਕ ਦੀ ਸਹਿਣਸ਼ੀਲਤਾ ਜਵਾਬ ਦੇ ਗਈ। ਉਸ ਯੁਵਕ ਨੇ ਕਿਹਾ, ਗੁਰੂ ਜੀ, ਤੁਹਾਡੇ ਪ੍ਰਵਚਨ ਮੈਨੂੰ ਚੰਗੇ ਨਹੀਂ ਲੱਗ ਰਹੇ, ਹੁਣ ਮੇਰਾ ਹੱਥ ਦਰਦ ਨਾਲ ਫਟਿਆ ਜਾ ਰਿਹਾ ਹੈ। ਤਾਂ ਸੰਤਾਂ ਨੇ ਉਸ ਨੂੰ ਪੱਥਰ ਥੱਲੇ ਸੁੱਟ ਦੇਣ ਦਾ ਇਸ਼ਾਰਾ ਕੀਤਾ ਤਾਂ ਉਸ ਯੁਵਕ ਨੇ ਪੱਥਰ ਨੂੰ ਸੁੱਟਿਆ ਅਤੇ ਆਨੰਦ ਨਾਲ ਲੰਬੇ ਸਾਹ ਲੈਣ ਲੱਗਿਆ। ਸੰਤ ਨੇ ਕਿਹਾ, ਇਹੀ ਹੈ ਖੁਸ਼ ਰਹਿਣੇ ਦਾ ਰਾਜ। ਮੇਰੇ ਪ੍ਰਵਚਨ ਤੁਹਾਨੂੰ ਉਦੋਂ ਆਨੰਦਿਤ ਕਰਦੇ ਰਹੇ ਜਦੋਂ ਤੁਸੀਂ ਬੋਝ ਤੋਂ ਮੁਕਤ ਸੀ, ਪਰ ਪੱਥਰ ਦੇ ਬੋਝ ਨੇ ਉਸ ਆਨੰਦ ਨੂੰ ਖੋਹ ਲਿਆ। ਜਿਸ ਤਰ੍ਹਾਂ ਪੱਥਰ ਨੂੰ ਜ਼ਿਆਦਾ ਦੇਰ ਚੁੱਕ ਰੱਖੋਗੇ ਤਾਂ ਦਰਦ ਵੱਧਦਾ ਜਾਵੇਗਾ, ਉਸੇ ਤਰ੍ਹਾਂ ਅਸੀਂ ਦੁੱਖ ਜਾਂ ਕਿਸੇ ਦੀ ਕਹੀ ਹੋਈ ਕੌੜੀ ਗੱਲ ਦੇ ਬੋਝ ਨੂੰ ਜਿੰਨਾ ਚਿਰ ਤੱਕ ਮਨ ਵਿੱਚ ਚੁੱਕ ਰੱਖਾਂਗੇ, ਉਨਾ ਹੀ ਜ਼ਿਆਦਾ ਦੁੱਖ ਹੋਵੇਗਾ। ਜੇਕਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਦੁੱਖ ਰੂਪੀ ਪੱਥਰ ਨੂੰ ਛੇਤੀ ਤੋਂ ਛੇਤੀ ਸੁੱਟਣਾ ਸਿੱਖ ਲਵੋ। ਹੋ ਸਕੇ ਤਾਂ ਉਸ ਨੂੰ ਆਪਣੇ ਮਨ ਵਿੱਚ ਥਾਂ ਹੀ ਨਾ ਦੇਵੋ। ਭੁੱਲਾਂ ਨੂੰ ਭੁਲਾਓ ਅਤੇ ਮੌਜਾਂ ਮਨਾਓ। ਸਤਿ ਸ੍ਰੀ ਅਕਾਲ।